अस्सलाम वालेकुम शानी जट वीलॉग ऑफिशियल चैनल ਦੇ ਤੁਹਾਨੂੰ ਸਭ ਨੂੰ ਬਹੁਤ ਖੁਸ਼ਾਮਦੀਦ। ਮੇਰੀ ਦੁਆ ਹੈ ਕਿ ਤੁਸੀਂ ਜਿੱਥੇ ਬਾਦ ਅੱਲਾਹ ਪਾਕ ਤੁਹਾਨੂੰ ਸਭ ਨੂੰ ਆਪਣੀ ਹਿਫਜ਼ ਅਮਾਨ ਦੇ ਵਿੱਚ ਰੱਖੇ, ਆਮੀਨ। ਮੇਰੇ ਉਹ ਦੋਸਤ, ਮੇਰੇ ਉਹ ਭਰਾ ਜਿਹੜੇ ਅੱਜ ਪਹਿਲੀ ਵਾਰੀ ਮੇਰੇ ਚੈਨਲ ਦੇ ਵਿੱਚ ਆਏ ਨੇ, ਉਹਨਾਂ ਕੋਲੋਂ ਗੁਜ਼ਾਰਿਸ਼ ਹੈ ਕਿ ਮੇਰੇ ਚੈਨਲ ਨੂੰ ਸਭ ਤੋਂ ਜ਼ਿਆਦਾ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਤੇ ਘੰਟੀ ਦੇ ਨਿਸ਼ਾਨ ਨੂੰ ਦਬਾਓ ਤਾਂ ਕਿ ਮੇਰਾ ਵੀਲੌਗ ਪਰ ਵਕਤ ਤੁਹਾਡੇ ਤੱਕ ਪਹੁੰਚੇ ਤੇ ਮੇਰੇ ਵੀਲੌਗ ਨੂੰ ਆਖਰ ਤੱਕ ਜ਼ਰੂਰ ਦੇਖਿਆ ਕਰੋ। ਜਨਾਬ ਆਲੀ, ਅੱਜ ਦੀ ਧਮਾਕਾ ਖੇਜ਼ ਖਬਰ ਹੈਗੀ ਹੈ, ਉਹ ਇਹ ਹੈਗੀ ਹੈ ਕਿ ਮੁਰਾਦ ਸਈਦ ਮੰਜ਼ਿਲ ਆਮਦ ਵਿੱਚ ਆ ਗਿਆ। मुराद सईद 3.5 साल बाद मंजरे आमदे च बाहर आ गया जे। वो किस तरह आया वो मैं तुहानूं दसना। वो जनाब इस तरह आया कि शहजाद अकबर, तुहानूं पता है कि वो इमरान खान के दौर दे विच वजीर हैगा सी ते यानी कि ਉਹਦੀ ਡਿਊਟੀ ਸੀ ਕਿ ਸ਼ਰੀਫ ਫੈਮਿਲੀ ਦੇ ਜਿਹੜੇ ਹੈਗੇ ਨੇ ਨਾ, ਉਹਨਾਂ ਦੇ ਉੱਤੇ ਝੂਠੇ ਮੁਕੱਦਮੇ ਬਣਾਉਣੇ ਨੇ ਤੇ ਉਹਨਾਂ ਦੇ ਬਾਰੇ 'ਚ ਗਲਤ ਗੱਲਾਂ ਕਰਨੀਆਂ ਨੇ ਤੇ ਲੋਕਾਂ ਨੂੰ ਗੁੰਮਰਾਹ ਕਰਨਾ। ਤੇ ਸ਼ਹਿਜ਼ਾਦ ਅਕਬਰ ਤੁਹਾਨੂੰ ਪਤਾ ਭਗੌੜਾ ਦੌੜ ਗਿਆ ਬਾਹਰ ਇੰਗਲੈਂਡ ਦੇ ਵਿੱਚ, ਉਹ ਰਿਹਾਇਸ਼ ਪਜ਼ੀਰ ਹੈਗਾ ਤੇ ਅੱਜ ਕੱਲ੍ਹ ਵੀਲੌਗ ਕਰਦਾ ਆਪਣਾ ਤੇ ਉਹਦੇ ਵਿੱਚ ਜਿਹੜਾ ਨਾ ਝੂਠੀਆਂ ਗੱਲਾਂ ਕਰਦਾ, ਝੂਠੀ ਗੁੰਮਰਾਹੀ ਫੈਲਾਉਂਦਾ, ਝੂਠ ਬੋਲਦਾ, ਝੂਠ ਫੈਲਾਉਂਦਾ ਜੇ। ਤੇ ਜਨਾਬ ਉਹਨੇ ਜਨਾਬ ਇੱਕ ਸਵਾਲਾਤ ਦਾ ਮਰਾਸਲਾ ਜਿਹੜਾ ਸੀ ਉਹ ਮੁਰਾਦ ਸਈਦ ਨੂੰ ਕਿਸੇ ਤਰੀਕੇ ਦੇ ਨਾਲ ਭੇਜਿਆ, ਠੀਕ ਹੈ, ਉਹਦੇ ਨਾਲ ਰਾਬਤਾ ਕਰਕੇ ਤੇ ਉਹਨੂੰ ਕਿਹਾ ਜੀ ਕਿ ਇਹ ਮੇਰੇ ਕੁਝ ਸਵਾਲ ਨੇ ਤੇ ਇਹਨਾਂ ਦਾ ਜਿਹੜਾ ਨਾ ਤੂੰ ਜਵਾਬ ਮੈਨੂੰ ਵੀਡੀਓ ਦੀ ਸ਼ਕਲ ਦੇ ਵਿੱਚ ਬਣਾ ਕੇ ਮੈਨੂੰ ਤੂੰ ਭੇਜ। ਮੁਰਾਦ ਸਈਦ ਨੇ ਜਨਾਬ ਆਪਣੀ ਇੱਕ ਵੀਡੀਓ ਬਣਾਈ ਹੈ ਤੇ ਤਕਰੀਬਨ ਕੋਈ ਘੰਟੇ ਦੀ ਹੋਣੀ ਆ, 1.5 ਘੰਟੇ ਦੀ ਹੋਣੀ, ਇਸ ਤਰ੍ਹਾਂ ਦੀ ਕੋਈ ਵੀਡੀਓ ਨੇ ਬਣਾ ਕੇ ਨਾ ਤੇ ਸ਼ਹਿਜ਼ਾਦ ਅਕਬਰ ਨੂੰ ਭੇਜ ਦਿੱਤੀ। ਸ਼ਹਿਜ਼ਾਦ ਅਕਬਰ ਨੇ ਜਨਾਬ ਉਹੀ ਵੀਡੀਓ ਜਿਹੜੀ ਹੈ ਨਾ ਉਹ ਆਪਣੇ ਚੈਨਲ ਦੇ ਵਿੱਚ ਚੜਾ ਦਿੱਤੀ ਤੇ ਪੂਰੀ ਦੁਨੀਆ ਨੂੰ ਦਿਖਾਈ ਕਿ ਇਹ ਸੁਣੋ ਜੀ ਮੁਰਾਦ ਸਈਦ ਕੀ ਕਹਿੰਦਾ ਜੀ। ਹੁਣ ਜਨਾਬ ਮੁਰਾਦ ਸਈਦ ਕੀ ਕਹਿ ਰਿਹਾ, ਹੁਣ ਸੁਣੋ ਮੇਰੀ ਗੱਲ। ਮੁਰਾਦ ਸਈਦ ਕਹਿ ਰਿਹਾ ਕਿ ਜਨਾਬ ਕਿ ਮੈਂ ਇਸ ਟਾਈਮ ਰੋਪੂਸ਼ ਹੈਗਾ ਤੇ ਮੈਂ ਕਿੱਥੇ ਗਾਇਬ ਹੈਗਾ, ਮੈਂ ਕਿੱਥੇ ਹੈਗਾ ਇਹ ਮੈਂ ਤੁਹਾਨੂੰ ਦੱਸ ਨਹੀਂ ਸਕਦਾ, ਲੇਕਿਨ ਮੈਂ ਇੰਨਾ ਤੁਹਾਨੂੰ ਪਤਾ ਹੈ ਕਿ ਮੈਂ ਰੂਪੋਸ਼ ਹੈ ਤੇ ਲੇਕਿਨ ਮੈਂ ਬਿਲਕੁਲ ਖੈਰ ਆਫੀਅਤ ਦੇ ਨਾਲ ਹੈਗਾ। ਉਹਨੇ ਕਿਹਾ ਕਿ ਜੀ ਜਨਾਬ ਕਿ 9 ਮਈ ਤੋਂ ਪਹਿਲੇ ਅਸੀਂ ਸਾਰੇ ਜਿਹੜੇ ਸਨ ਜ਼ਮਾਨ ਪਾਰਕ ਦੇ ਵਿੱਚ ਰਹਿੰਦੇ ਸੀ, ਜ਼ਮਾਨ ਪਾਰਕ ਦੇ ਵਿੱਚ ਸਾਡਾ ਡੇਰਾ ਹੈਗਾ ਸੀ ਤੇ ਉੱਥੇ ਹੀ ਅਸੀਂ ਦਿਨ ਰਾਤ ਉੱਥੇ ਗੁਜ਼ਾਰਦੇ ਸੀ ਇਮਰਾਨ ਖਾਨ ਦੇ ਨਾਲ। ਤੇ ਜਨਾਬ ਉਹ ਕਹਿੰਦਾ ਸੀ ਕਿ ਮੇਰੇ ਦਿਨ ਵੀ ਉੱਥੇ ਗੁਜ਼ਰਦੇ ਸਨ ਤੇ ਰਾਤਾਂ ਵੀ ਉੱਥੇ ਗੁਜ਼ਰਦੀਆਂ ਸਨ ਤੇ ਮੈਨੂੰ ਇਮਰਾਨ ਖਾਨ ਨੇ ਖਾਸ ਤੌਰ ਤੇ ਮੈਨੂੰ ਇਮਰਾਨ ਖਾਨ ਨੇ ਆਪਣੇ ਜਿਹੜੇ ਉਹਦੇ ਪੁੱਤਰ ਨੇ ਕਾਸਿਮ ਤੇ ਸੁਲੇਮਾਨ, ਉਹਨਾਂ ਦੇ ਕਮਰੇ ਜਿਹੜੇ ਸਨ ਨਾ ਮੈਨੂੰ ਉਹ ਦਿੱਤੇ ਹੋਏ ਸਨ ਕਿ ਜੀ ਇਹ ਕਮਰੇ ਤੇਰੇ, ਤੂੰ ਇੱਥੇ ਆਰਾਮ ਕਰਿਆ ਕਰ, ਇੱਥੇ ਸੋਇਆ ਕਰ। ਦੱਸੋ ਇਮਰਾਨ ਖਾਨ ਮੁਰਾਦ ਸਈਦ ਨੂੰ ਕਿੰਨਾ ਚਾਹੁੰਦਾ, ਇਹਦੀ ਹੁਣ ਤੁਸੀਂ ਆਪ ਦੇਖ ਲਓ ਕਿ ਆਪਣੇ ਪੁੱਤਰਾਂ ਦੇ ਕਮਰੇ ਜਿਹੜੇ ਸਨ ਉਹਨੇ ਮੁਰਾਦ ਸਈਦ ਨੂੰ ਦੇ ਦਿੱਤੇ ਕਿ ਬਈ ਤੂੰ ਇੱਥੇ ਆਰਾਮ ਕਰ, ਅੱਜ ਤੋਂ ਬਾਅਦ ਤੇਰੇ ਕਮਰੇ ਹੈਗੇ ਨੇ, ਠੀਕ ਹੈ। ਫਿਰ ਮੁਰਾਦ ਸਈਦ ਕਹਿੰਦਾ ਕਿ ਜੀ ਮੈਂ ਯਾਨੀ ਕਿ ਉੱਥੇ ਸੌਂਦਾ ਹੁੰਦਾ ਸੀ ਤੇ ਆਰਾਮ ਕਰਦਾ ਸੀ ਤੇ ਉੱਥੇ ਹੀ ਬੈਠ ਕੇ ਆਪਣੀਆਂ ਲੁੱਡੋ ਛੁੱਡੋ ਖੇਲੀ ਦੀ ਸੀ, ਉਸੇ ਕਮਰਿਆਂ ਦੇ ਵਿੱਚ ਬੈਠ ਕੇ ਅਸੀਂ ਹਰ ਕੰਮ ਕੀਤਾ, ਠੀਕ ਹੈ, ਪਾਣੀ ਸ਼ਾਣੀ ਵਗੈਰਾ, ਰੋਟੀ ਸ਼ੋਟੀ, ਹਰ ਚੀਜ਼, ਨਸ਼ਾ ਪਾਣੀ ਜੋ ਵੀ ਹੈ ਸਾਰਾ ਕੁਛ ਅਸੀਂ ਇੱਥੇ ਕਰਦੇ ਹੁੰਦੇ ਸੀ। ਤੇ ਜਨਾਬ ਮੁਰਾਦ ਸਈਦ ਨੇ ਕਿਹਾ ਕਿ ਜਦੋਂ 9 ਮਈ ਦਾ ਅਸੀਂ ਪਲਾਨ ਬਣਾ ਦਿੱਤਾ, ਸਾਨੂੰ ਪਤਾ ਸੀ ਕਿ ਜੀ ਇਹ ਹਾਦਸਾ ਹੋਣਾ ਹੈ, ਇਹ ਵਾਕਿਆ ਹੋਣਾ ਹੈ ਤੇ ਉਸ ਟਾਈਮ ਫੀਲਡ ਮਾਰਸ਼ਲ ਸਾਹਿਬ ਜਿਹੜੇ ਹੈਗੇ ਸਨ ਆਸਿਮ ਮੁਨੀਰ ਸਾਹਿਬ, ਉਹ ਮੁਲਕ ਤੋਂ ਬਾਹਰ ਗਏ ਹੋਏ ਸਨ ਤੇ ਅਸੀਂ ਕਿਹਾ ਕਿ ਜਿਉਂ ਹੀ ਇਹ ਮੁਲਕ ਤੋਂ ਬਾਹਰ ਜਾਏਗਾ ਅਸੀਂ ਇਹ ਕੰਮ ਸਟਾਰਟ ਕਰ ਦਿਆਂਗੇ। ਤੇ ਜਦੋਂ ਅਸੀਂ ਦੇਖਿਆ ਕਿ ਉਹ ਬਾਹਰ ਚਲੇ ਗਏ ਤੇ ਅਸੀਂ ਜਿਹੜਾ ਸੀ ਨਾ ਆਪਣੇ ਪਲਾਨ ਦੇ ਮੁਤਾਬਿਕ ਇਹ ਕੰਮ ਸਟਾਰਟ ਕਰ ਦਿੱਤਾ ਤੇ ਅਸੀਂ ਜਿਹੜੇ ਸਨ ਆਪਣੇ ਵਰਕਰ ਤੇ ਕਾਰਕੁਨਾਂ ਉਹਨਾਂ ਨੂੰ ਅਸੀਂ ਕਿਹਾ ਕਿ ਜੀ ਤੁਸੀਂ ਇੱਥੇ ਪਹੁੰਚ ਜਾਓ ਤੇ ਇੱਥੇ ਜਾ ਕੇ ਹਮਲੇ ਸ਼ਮਲੇ ਕਰੋ। ਫਿਰ ਉਹਨੇ ਕਿਹਾ ਜਨਾਬ ਕਿ ਮੇਰਾ ਤੇ ਇਮਰਾਨ ਖਾਨ ਦਾ ਜਿਹੜਾ ਰਿਸ਼ਤਾ ਹੈਗਾ ਨਾ ਉਹ ਬੜਾ ਅਟੂਟ ਹੈਗਾ ਜੇ ਤੇ ਮੈਨੂੰ ਇਮਰਾਨ ਖਾਨ ਇੰਨੀ ਮੁਹੱਬਤ ਕਰਦਾ ਹੈ, ਇੰਨਾ ਚਾਹੁੰਦਾ ਹੈ ਕਿ ਪੂਰੀ ਦੁਨੀਆ ਦੇ ਵਿੱਚ ਅਗਰ ਜੇ ਸਭ ਤੋਂ ਜ਼ਿਆਦਾ ਜਿਹਦੇ ਨਾਲ ਮੁਹੱਬਤ ਕਰਦਾ ਜਾਂ ਜਿਹਦਾ ਉਹ ਖਿਆਲ ਕਰਦਾ ਤੇ ਉਹ ਮੈਂ ਹੈਗਾ ਤੇ ਮੇਰੇ ਨਾਲ ਉਹ ਇੰਨੀ ਮੁਹੱਬਤ ਕਰਦਾ। ਤੁਸੀਂ ਇਹ ਦੇਖੋ ਕਿ ਉਹ ਆਪਣੀ ਭੈਣਾਂ ਨੂੰ ਨਹੀਂ ਇੰਨੀ ਅਹਿਮੀਅਤ ਦਿੰਦਾ, ਉਹਦੀਆਂ ਭੈਣਾਂ ਵੀ ਗ੍ਰਿਫਤਾਰ ਹੋ ਗਈਆਂ ਲੇਕਿਨ ਇਮਰਾਨ ਨੇ ਪਰਵਾਹ ਨਹੀਂ ਕੀਤੀ। ਬੀਵੀ ਉਹਦੀ ਗ੍ਰਿਫਤਾਰ ਹੋਈ ਪਈ ਹੈ, ਉਹਨੂੰ ਉਹਦੀ ਕੋਈ ਪਰਵਾਹ ਨਹੀਂ ਹੈਗੀ। ਪੁੱਤਰ ਉਹਦੇ ਕਿੱਥੇ ਨੇ, ਉਹਨੂੰ ਉਹਦੀ ਕੋਈ ਪਰਵਾਹ ਨਹੀਂ। ਬੇਟੀ ਉਹਦੀ ਕਿੱਥੇ, ਉਹਨੂੰ ਕੋਈ ਪਰਵਾਹ ਨਹੀਂ। ਪਾਰਟੀ ਦਾ ਹਰ ਬੰਦਾ ਗ੍ਰਿਫਤਾਰ ਹੋ ਗਿਆ, ਠੀਕ ਹੈ, ਉਹਨੂੰ ਕੋਈ ਉਹਦੀ ਪਰਵਾਹ ਨਹੀਂ। ਲੇਕਿਨ ਇਮਰਾਨ ਖਾਨ ਨੇ ਖਾਸ ਤੌਰ 'ਤੇ ਮੈਨੂੰ ਕਿਹਾ ਕਿ ਤੂੰ ਮੰਜ਼ਿਲ ਆਮਦ ਵਿੱਚ ਰਹਿਣਾ, ਤੂੰ ਆਪਣੀ ਗ੍ਰਿਫਤਾਰੀ ਨਹੀਂ ਦੇਣੀ ਤੇ ਤੂੰ ਜਿਹੜਾ ਹੈਗਾ ਨਾ ਤੂੰ ਆਪਣਾ ਨੂੰ ਬਚਾ ਕੇ ਰੱਖਣਾ। ਇੱਥੋਂ ਤੁਸੀਂ ਅੰਦਾਜ਼ਾ ਲਾ ਲਓ ਕਿ ਇਮਰਾਨ ਖਾਨ ਦੀ ਮੇਰੇ ਨਾਲ ਕਿੱਡੀ ਜਿਹੜੀ ਨਾ ਗਹਿਰੀ ਮੁਹੱਬਤ ਹੈਗੀ ਹੈ। ਨਾਲੇ ਮੁਰਾਦ ਸਈਦ ਕਹਿੰਦਾ ਕਿ ਜੇ ਮੈਂ ਗ੍ਰਿਫਤਾਰ ਹੋ ਗਿਆ ਨਾ ਤੇ ਮੈਂ ਗ੍ਰਿਫਤਾਰ ਹੋ ਗਿਆ ਤੇ ਮਤਲਬ ਕਿ ਇਮਰਾਨ ਖਾਨ ਨੂੰ ਫਾਂਸੀ ਲੱਗ ਗਈ,
ਠੀਕ ਹੈ। ਮੇਰੀ ਗ੍ਰਿਫਤਾਰੀ ਦੇ ਵਿੱਚ ਇਮਰਾਨ ਖਾਨ ਦੀ ਫਾਂਸੀ ਹੈਗੀ ਜੇ, ਤੇ ਮੈਂ ਨਹੀਂ ਚਾਹੁੰਦਾ ਕਿ ਮੇਰਾ ਮੁਰਸ਼ਦ, ਮੇਰਾ ਮਹਿਬੂਬ, ਮੇਰਾ ਲਵਰ ਜਿਹੜਾ ਹੈਗਾ ਨਾ, ਉਹ ਜਿਹੜਾ ਹੈ ਉਹਨੂੰ ਫਾਂਸੀ ਹੋ ਜਾਏ। ਤੇ ਲਿਹਾਜ਼ਾ ਮੈਂ ਮਰਦ ਅਵਲ ਦੀ ਹੈਸੀਅਤ ਦੇ ਨਾਲ ਜਿਹੜਾ ਨਾ, ਮੈਂ ਆਪਣੇ ਬੰਦੇ ਦਾ ਜਿਹੜਾ ਨਾ ਬੜਾ ਖਿਆਲ ਰੱਖਣਾ, ਜਿਸ ਤਰ੍ਹਾਂ ਉਹ ਮੇਰਾ ਖਿਆਲ ਰੱਖ ਰਿਹਾ, ਤੇ ਆਪਣੀ ਗ੍ਰਿਫਤਾਰੀ ਹੋਣ ਨਹੀਂ ਦੇਣੀ ਮੈਂ। ਫਿਰ ਉਹਨੇ ਕਿਹਾ ਕਿ ਜੀ ਮੈਂ ਜਿੰਨੇ ਦਿਨ ਉੱਥੇ ਗੁਜ਼ਾਰੇ, ਫਿਰ ਉਦੋਂ ਬਾਅਦ ਮੈਨੂੰ ਤੇ ਇਮਰਾਨ ਖਾਨ ਨੇ ਕਿਹਾ ਕਿ ਜੀ ਅੱਜ ਤੇਰੀ ਮੇਰੀ ਆਖਰੀ ਰਾਤ ਹੈ, ਤੇ ਅਸੀਂ ਰਾਤ ਜਿੰਨੀ ਲੂਡੋ ਖੇਲ ਸਕਦੇ ਹਾਂ ਖੇਲ ਲਈਏ, ਫਿਰ ਉਦੋਂ ਬਾਅਦ ਤੂੰ ਕੱਲ੍ਹ ਜਿਹੜਾ ਨਾ ਤੂੰ ਚਲੇ ਜਾਣਾ ਮੇਰੇ ਕੋਲੋਂ। ਤੇ ਮੈਨੂੰ ਫਿਰ ਇਮਰਾਨ ਖਾਨ ਨੇ ਜਿਹੜਾ ਨਾ ਇੱਕ ਤਸਬੀਹ ਦਿੱਤੀ, ਖਜੂਰਾਂ ਦਿੱਤੀਆਂ ਤੇ ਇੱਕ ਟੋਪੀ ਦਿੱਤੀ, ਜਿਹੜੀ ਮੈਂ ਪਾਈ, ਖਜੂਰਾਂ ਖਾਧੀਆਂ, ਤਸਬੀਹ ਕੁਝ ਦੇ ਵਿੱਚ ਕੁਝ ਕਿਹਾ ਪੜ੍ਹਨ ਨੂੰ ਮੈਂ ਪੜ੍ਹਿਆ, ਤੇ ਮੈਂ ਫਿਰ ਗਾਇਬ ਹੋ ਗਿਆ। ਇਹ ਦੱਸੋ ਇਹ ਅੱਜ ਦੇ ਦੌਰ ਦੇ ਵਿੱਚ ਕਿਹੜੀਆਂ ਗੱਲਾਂ ਕਰ ਰਿਹਾ ਮੁਰਾਦ ਸਹੀ, ਕਿ ਮੈਂ ਜੀ ਤਸਬੀਹ ਪੜ੍ਹ ਕੇ, ਟੋਪੀ ਪਾ ਕੇ, ਖਜੂਰਾਂ ਖਾ ਕੇ, ਤੇ ਮੈਂ ਗਾਇਬ ਹੋ ਗਿਆ। ਤੇ ਮੈਂ ਇਸ ਤਰ੍ਹਾਂ ਉਹਨਾਂ ਦੇ ਸਾਹਮਣੇ ਨਿਕਲਿਆ ਕਿ ਮੈਨੂੰ ਉਹ ਪਹਿਚਾਣ ਹੀ ਨਾ ਸਕੇ, ਮੈਨੂੰ ਦੇਖ ਹੀ ਨਾ ਸਕੇ, ਤੇ ਮੈਂ ਨਿਕਲ ਕੇ ਤੇ ਮੈਂ ਆਪਣੀ ਉਸ ਜਗ੍ਹਾ 'ਤੇ ਪਹੁੰਚ ਗਿਆ ਜਿੱਥੇ ਮੈਨੂੰ ਹੋਣਾ ਚਾਹੀਦਾ ਸੀ, ਤੇ ਅੱਜ ਮੈਂ ਉੱਥੇ ਹੈਗਾ ਜੇ। ਤੁਸੀਂ ਹੁਣ ਆਪੇ ਅੰਦਾਜ਼ਾ ਲਾ ਲਓ ਕਿ ਮੁਰਾਦ ਸਈਦ ਜਿਹੜਾ ਨਾ ਉਹ ਕੀ ਗੱਲਾਂ ਕਰ ਰਿਹਾ ਜੇ। ਇੱਕ ਤੇ ਉਹਨੇ ਆਪਣੀ ਮੁਹੱਬਤ ਦਾ ਜਿਹੜਾ ਹੈ ਨਾ ਉਹਨੇ ਆਸ਼ਕਾਰ ਕਰ ਦਿੱਤਾ ਪੂਰੀ ਦੁਨੀਆ ਦੇ ਸਾਹਮਣੇ ਕਿ ਜੀ ਮੇਰਾ ਤੇ ਇਮਰਾਨ ਖਾਨ ਦੇ ਨਾਲ ਜਿਹੜਾ ਹੈ ਵੇ, ਜਿਹੜਾ ਰਿਹਾਮ ਖਾਨ ਨੇ ਆਪਣੀ ਕਿਤਾਬ ਦੇ ਵਿੱਚ ਲਿਖਿਆ ਉਹਦੇ 'ਚ ਕੋਈ ਸ਼ੱਕ ਨਹੀਂ, ਬਿਲਕੁਲ ਹਾਂਜੀ ਸਾਡਾ ਬਿਲਕੁਲ ਉਹੀ ਤਾਲੁਕ ਹੈਗਾ। ਹਮਜ਼ਾ ਬਾਸੀ ਤੁਹਾਨੂੰ ਪਤਾ ਇੱਕ ਅਦਾਕਾਰ ਹੈਗਾ, ਉਹ ਵੀ ਆਪਣੇ ਮੂੰਹ ਮੰਨ ਚੁੱਕਿਆ ਕਿ ਹਾਂਜੀ ਸਾਡਾ ਵੀ ਜਿਹੜਾ ਨਾ ਕੌਮੇ ਲੂਤ ਵਾਲਾ ਹਿਸਾਬ ਹੈਗਾ, ਅਸੀਂ ਵੀ ਜਿਹੜਾ ਨਾ ਉਸ ਚੀਜ਼ ਨੂੰ ਮੰਨਨੇ ਹੈਗੇ। ਤੇ ਹੁਣ ਮੁਰਾਦ ਸਈਦ ਵੀ ਜਿਹੜਾ ਨਾ ਉਹਨੇ ਵੀ ਵੀਡੀਓ ਕਰਕੇ ਇਸ ਚੀਜ਼ ਨੂੰ ਇੰਡੋਰਸ ਕਰ ਦਿੱਤਾ ਕਿ ਹਾਂ ਵੀ ਕਿ ਮੈਂ ਜਿਹੜਾ ਨਾ ਇਮਰਾਨ ਖਾਨ ਨਾਲ ਜਿਹੜਾ ਨਾ ਗਹਿਰੀ ਮੁਹੱਬਤ ਕਰਨਾ। ਤੇ ਉਹਦੀ ਤੁਸੀਂ ਮਿਸਾਲ ਦੇਖ ਲਓ, ਉਹਦੀ ਤੁਸੀਂ ਸਬੂਤ ਦੇਖ ਲਓ ਕਿ ਅੱਜ ਤੱਕ ਮੈਨੂੰ ਇਮਰਾਨ ਖਾਨ ਨੇ ਛੁਪਾ ਕੇ ਰੱਖਿਆ, ਦੂਸਰੇ ਦੀ ਪਰਵਾਹ ਨਹੀਂ ਕਰਦਾ ਜਿੰਨੀ ਮੇਰੀ ਕਰਦਾ। ਤੇ ਇਹ ਜਨਾਬ ਉਸ ਤਰ੍ਹਾਂ ਦੀ ਹੋਰ ਵੀ ਉਹਨੇ ਬੜੀ ਗੱਲਾਂ ਕੀਤੀਆਂ। ਉਹਨੇ ਬਕਾਇਦਾ ਜਨਾਬ ਇਹ ਵੀ ਕਿਹਾ ਕਿ ਜੀ ਕਿ ਇਸ ਟਾਈਮ ਇੰਡੀਆ ਸਾਨੂੰ ਜਿਹੜਾ ਨਾ ਫੁੱਲ ਟਾਈਮ ਸਪੋਰਟ ਕਰ ਰਿਹਾ, ਤੇ ਇਜ਼ਰਾਈਲ ਸਾਨੂੰ ਫੁੱਲ ਟਾਈਮ ਸਪੋਰਟ ਕਰ ਰਿਹਾ, ਤੇ ਅਫਗਾਨੀ ਜਿਹੜੇ ਨੇ ਨਾ ਫਿਤਨਤ ਅਲ-ਖਵਾਰਿਜ ਜਿਹੜੇ ਉਹ ਸਾਨੂੰ ਫੁੱਲ ਟਾਈਮ ਸਪੋਰਟ ਕਰ ਰਹੇ ਨੇ, ਤੇ ਅਸੀਂ ਇਹਨਾਂ ਨੂੰ ਫੰਡ ਕਰ ਰਹੇ ਹਾਂ। ਸਾਨੂੰ ਜਿੱਥੋਂ ਫੰਡ ਮਿਲਣਾ ਅਸੀਂ ਫਿਰ ਇਹਨਾਂ ਨੂੰ ਫੰਡ ਕਰਨਾ, ਤੇ ਫਿਰ ਸਾਡੇ ਕਹਿਣ ਦੇ ਮੁਤਾਬਿਕ ਜਿਹੜਾ ਹੈਗਾ ਨਾ ਉਹ ਆਪਣੇ ਟਾਰਗੇਟ ਅਚੀਵ ਕਰਦੇ ਨੇ। ਤੇ ਪਾਕਿਸਤਾਨ ਦੇ ਨਾਲ ਉਹਨੇ ਕਿਹਾ ਕਿ ਜੀ ਸਾਡੀ ਪਾਕਿਸਤਾਨ ਤੇ ਪਾਕਿਸਤਾਨ ਦੀ ਫੌਜ ਨਾਲ ਸਾਡਾ ਕੋਈ ਤਾਲੁਕ ਨਹੀਂ, ਕੋਈ ਲੈਣਾ ਦੇਣਾ ਨਹੀਂ ਹੈਗਾ, ਕਿਉਂਕਿ ਸਾਡੇ ਵਾਸਤੇ ਸਿਰਫ ਸਾਡਾ ਮੁਰਸ਼ਦ ਹੀ ਹੈਗਾ, ਤੇ ਜੇ ਸਾਡਾ ਮੁਰਸ਼ਦ ਨਹੀਂ ਤੇ ਫਿਰ ਸਾਨੂੰ ਪਾਕਿਸਤਾਨ ਦੀ ਵੀ ਕੋਈ ਜ਼ਰੂਰਤ ਨਹੀਂ ਗੀ। ਇਹ ਗੱਲ ਵੀ ਮੁਰਾਦ ਸਈਦ ਨੇ ਜਿਹੜਾ ਨਾ ਆਪਣੇ ਇੰਟਰਵਿਊ 'ਤੇ ਕਹੀ ਹੈ। ਬੜਾ ਇੰਟਰਵਿਊ ਦਾ ਬੜਾ ਲੰਬਾ ਸੀ, ਲੇਕਿਨ ਚੀਜ਼ਾਂ ਜਿਹੜੀਆਂ ਗੱਲਾਂ ਸਨ ਉਹ ਮੈਂ ਤੁਹਾਨੂੰ ਦੱਸਣੀਆਂ ਸਨ, ਉਹ ਮੈਂ ਤੁਹਾਨੂੰ ਦੱਸ ਦਿੱਤੀਆਂ ਨੇ ਕਿ ਮੁਰਾਦ ਸਈਦ ਜਿਹੜਾ ਨਾ ਉਹ ਇਸ ਟਾਈਮ ਰੂਪੋਸ਼ ਹੈਗਾ, ਲੇਕਿਨ ਉਹ ਇਹ ਇਕਰਾਰ ਕਰ ਰਿਹਾ ਕਿ ਸਾਡੇ ਨਾਲ ਰੌ ਵੀ ਹੈ, ਸਾਡੇ ਨਾਲ ਮੁਸਾਦ ਵੀ ਹੈ, ਤੇ ਸਾਡੇ ਨਾਲ ਫਿਤਨਤ ਅਲ-ਖਵਾਰਿਜ ਵੀ ਹੈ। ਤੇ ਅਸੀਂ ਜਿਹੜਾ ਨਾ ਆਪਣਾ ਜੱਦੀ ਤੇਰਾ ਮਕਸਦ ਪੂਰਾ ਨਹੀਂ ਕਰ ਲੈਂਦੇ, ਉਨੀ ਦੇਰ ਤੱਕ ਜਿਹੜਾ ਨਾ ਅਸੀਂ ਆਪਣਾ ਮਿਸ਼ਨ ਜਾਰੀ ਰੱਖਾਂਗੇ। ਤੇ ਜਨਾਬ ਹੁਣ ਤੁਸੀਂ ਆਪ ਸਮਝ ਜਾਓ ਕਿ ਇਹ ਜਿਹੜੀ PTI ਇੰਤਸ਼ਾਰੀ ਹੈ ਇਹ ਕਿਉਂ ਪਾਕਿਸਤਾਨ ਦੇ ਨਾਲ ਖੜਾ ਨਹੀਂ ਹੁੰਦੀ, ਇਹ ਕਿਉਂ 14 ਅਗਸਤ ਨਹੀਂ ਬਣਾਉਂਦੀ, ਇਹ ਕਿਉਂ ਮਾਰਕਾ ਹੱਕ ਨਹੀਂ ਬਣਾਉਂਦੀ। ਦੇਖੋ ਕੱਲ੍ਹ ਮਾਰਕਾ ਹੱਕ ਸੀ, ਠੀਕ ਹੈ, ਤੇ ਮਾਰਕਾ ਹੱਕ ਦੇ ਵਿੱਚ ਪੂਰੀ ਪਾਕਿਸਤਾਨ ਨੇ ਜੋਸ਼ ਜਜ਼ਬੇ ਦੇ ਨਾਲ ਮਨਾਇਆ, ਠੀਕ ਹੈ, ਲੇਕਿਨ PTI ਨੇ ਕਿਸੇ ਨੇ ਵੀ ਨਹੀਂ ਬਣਾਇਆ, ਠੀਕ ਹੈ। ਤੇ ਉੱਥੇ ਖੈਬਰ ਪਖਤੂਨਖਵਾ ਦੇ ਵਿੱਚ ਪਾਕਿਸਤਾਨੀ ਝੰਡਾ ਜਿਹੜਾ ਸੀ ਔਰ ਸਰਨਗੁੜਿਆ, ਤੇ ਉੱਥੇ ਕਿਸੇ ਕਿਸਮ ਦੀ ਕੋਈ ਐਕਟੀਵਿਟੀ ਨਹੀਂ ਹੋਈ, ਤੇ ਕਿਸੇ ਨੇ ਵੀ ਜਿਹੜਾ ਨਾ ਪਾਕਿਸਤਾਨ ਜ਼ਿੰਦਾਬਾਦ ਦੇ ਨਾਰੇ ਨਹੀਂ ਲਾਏ। ਤਾਂ ਤੁਸੀਂ ਆਪ ਹਿਸਾਬ ਲਾ ਲਓ ਕਿ ਇਹ ਕਿੰਨੀ ਮੁਹਿੱਬੇ ਵਤਨ ਜਮਾਤ ਹੈਗੀ ਹੈ। ਤੇ ਜੇ ਅੱਜ ਇਹ ਇਕਤਦਾਰ ਦੇ ਵਿੱਚ ਆ ਜਾਣ ਤੇ ਫਿਰ ਤੁਸੀਂ ਇਹਦਾ ਵੀ ਹਿਸਾਬ ਲਾ ਲਓ ਕਿ ਕਿਆ ਇਹ ਪਾਕਿਸਤਾਨ ਨਾਲ ਖੜੀ ਹੋਏਗੀ ਕਿ ਪਾਕਿਸਤਾਨ ਦੇ ਖਿਲਾਫ ਖੜੀ ਹੋਏਗੀ। ਅਤੇ ਇਹਦਾ ਫੈਸਲਾ ਤੁਸੀਂ ਆਪ ਕਰਨਾ ਹੈ। ਮੈਂ ਆਪਣਾ ਵੀਲੌਗ ਸਿਰਫ ਇਸ ਨਾਰੇ ਦੇ ਨਾਲ ਖ਼ਤਮ ਕਰਾਂਗਾ ਕਿ ਪਾਕਿਸਤਾਨ ਹਮੇਸ਼ਾ ਜ਼ਿੰਦਾਬਾਦ।